ਅੱਜ ਅਸੀਂ ਜਿਹੜਾ ਨਵਾਂ ਟੌਪਿਕ ਸ਼ੁਰੂ ਕਰਨ ਲੱਗੇ ਹਾਂ ਉਹ ਹੈ ਬਿਗ ਡੇਟਾ। ਇਸ ਵਿੱਚ ਅਸੀਂ ਬਿਗ ਡੇਟਾ ਕੀ ਹੈ ਇੰਟਰੋਡਕਸ਼ਨ ਲਵਾਂਗੇ ਬਿਗ ਡੇਟਾ ਦੀ, ਕਿੰਨੀ ਤਰ੍ਹਾਂ ਦਾ ਡਿਜੀਟਲ ਡੇਟਾ ਸਾਡੇ ਕੋਲ ਅਵੇਲੇਬਲ ਹੈ, ਇਸ ਡੇਟਾ ਨੂੰ ਅਸੀਂ ਪ੍ਰੋਸੈਸ ਕਿਵੇਂ ਕਰਦੇ ਹਾਂ, ਐਨਾਲਿਟਿਕਸ ਦੇ ਕਿਹੜੇ ਵੱਖ-ਵੱਖ ਢੰਗ ਹੈ ਤੇ ਬਿਗ ਡੇਟਾ ਦੀ ਐਪਲੀਕੇਸ਼ਨ ਕਿਹੜੇ ਫੀਲਡਾਂ 'ਚ ਹੈ। ਜਦੋਂ ਦਾ ਆਪਣੇ ਕੋਲ ਇੰਟਰਨੈਟ ਦਾ ਵਿਕਾਸ ਹੋਇਆ ਹੈ ਤਾਂ ਡੇਟਾ ਬਹੁਤ ਜਨਰੇਟ ਹੋਇਆ। ਜਦੋਂ ਅਸੀਂ ਡੇਟਾ ਰਿਕਾਰਡ ਕਰਨ ਲੱਗੇ, ਡੇਟਾ ਪਹਿਲਾਂ ਵੀ ਸੀ ਸਾਡੇ ਕੋਲ ਬਹੁਤ, ਬਟ ਉਹ ਇੰਨੀ ਜ਼ਿਆਦਾ ਮਾਤਰਾ ਵਿੱਚ ਨਹੀਂ ਸੀ। ਤੁਸੀਂ ਅੱਜ ਜੇ ਮੈਂ ਫॉर ਐਗਜ਼ਾਮਪਲ ਜੇ ਤੁਸੀਂ ਅੱਜ ਤੋਂ 10 ਜਾਂ 20 ਸਾਲ ਪਹਿਲਾਂ ਜਦੋਂ ਮੈਂ ਆਪਣੀ ਗ੍ਰੈਜੂਏਸ਼ਨ ਕਰ ਰਿਹਾ ਸੀ ਤਾਂ ਬਹੁਤ ਵਿਰਲਾ ਟਾਵਾਂ ਕੰਪਿਊਟਰ ਸੀ। ਇੰਟਰਨੈਟ ਜੇ ਐਕਸੈਸ ਕਰਨਾ ਸੀ ਯੂ ਹੈਵ ਟੂ ਗੋ ਟੂ ਅ ਸਾਈਬਰ ਕੈਫੇ ਹੁੰਦੇ ਸੀ ਐਂਡ ਦੇ ਚਾਰਜ ਯੂ ਅਰਾਊਂਡ 20, 30, 40 ਰੁਪੀਸ ਪਰ ਆਰ ਤੇ ਉਹਨਾਂ ਕੀ ਲਿਮਿਟਡ ਕੰਮ ਹੁੰਦਾ ਸੀ। ਜੇ ਤੁਸੀਂ ਅੱਜ ਦੀ ਡੇਟ ਕੰਪੇਅਰ ਕਰੋਗੇ, ਅੱਜ ਹਰ ਇੱਕ ਮੋਬਾਈਲ ਵਿੱਚ ਡੇਟਾ ਹੈ। ਡੇਟਾ ਵੀ ਇੰਨਾ ਫਾਸਟ ਹੈ ਵੀ ਤੁਸੀਂ YouTube ਸੀ ਜੇ ਚਲਾਓ ਤਾਂ ਤੁਹਾਨੂੰ ਬਫਰਿੰਗ, ਅੱਜ ਕੱਲ ਦੇ ਬੱਚੇ ਤਾਂ ਵਰਡ ਬਫਰਿੰਗ ਵੀ ਭੁੱਲ ਗਏ ਹੋਣੇ। ਸਾਡੇ ਟਾਈਮ ਕੀ ਹੁੰਦਾ ਸੀ ਜਦੋਂ ਅਸੀਂ ਪੜ੍ਹਦੇ ਸੀ ਤਾਂ ਡੇਟਾ ਦੀ 2G ਸਪੀਡ 3D ਸਪੀਡ ਬਹੁਤ ਘੱਟ ਹੁੰਦੀ ਸੀ ਤੇ YouTube ਚਲਾਉਂਦੇ ਜਦੋਂ ਅਸੀਂ ਉਹਦਾ ਡੇਟਾ ਬਫਰ ਹੁੰਦਾ ਸੀ। ਪਹਿਲਾਂ ਥੋੜਾ ਦੇਰ ਡੇਟਾ ਸਟੋਰ ਹੁੰਦਾ ਸੀ ਫਿਰ ਪਲੇ ਕਰਦਾ ਸੀ। ਅੱਜ ਕੱਲ ਸੀ ਜਦੋਂ 5G 4G ਤੇ ਆ ਗਏ ਤਾਂ ਬਫਰਿੰਗ ਖਤਮ ਹੋ ਗਈ। ਤਾਂ ਜਿੰਨਾ ਇੰਟਰਨੈਟ ਦੀ ਸਪੀਡ ਵੱਧ ਰਹੀ ਆ, ਜਿੰਨਾ ਇੰਟਰਨੈਟ ਅਸੈਸਿਬਿਲਿਟੀ ਵੱਧ ਰਹੀ ਹੈ, ਲੋਕਾਂ ਦੇ ਪਿੰਡਾਂ ਤੱਕ ਇੰਟਰਨੈਟ ਪਹੁੰਚ ਗਿਆ, ਜਿੰਨਾ ਸੋਸ਼ਲ ਮੀਡੀਆ ਦਾ ਵਿਸਤਾਰ ਹੋ ਗਿਆ, ਡੇਟਾ ਉਨਾ ਹੀ ਵੱਧ ਜਨਰੇਟ ਹੋ ਰਿਹਾ। ਸੋ ਅੱਜ ਅਸੀਂ ਇਸ ਡੇਟਾ ਦੇ ਬਾਰੇ ਜਾਣਕਾਰੀ ਲਵਾਂਗੇ ਵੀ ਡੇਟਾ ਤਾਂ ਠੀਕ ਹੈ, ਸਾਰਿਆਂ ਨੂੰ ਪਤਾ ਵੀ ਡੇਟਾ ਕੀ ਹੈ। ਬਿਗ ਡੇਟਾ ਦੇ ਬਾਰੇ ਵੀ ਬਿਗ ਡੇਟਾ ਕੀ ਹੈ, ਕਿੰਨੇ ਤਰ੍ਹਾਂ ਦਾ ਡੇਟਾ ਹੈ, ਇਸ ਨੂੰ ਅਸੀਂ ਐਨਾਲਾਈਜ਼ ਕਿਵੇਂ ਕਰਨਾ ਹੈ ਤੇ ਇਸਦੀਆਂ ਐਪਲੀਕੇਸ਼ਨਸ ਕੀ ਕੀ ਹੈ। ਜੇ ਅਸੀਂ ਇੱਕ ਬੇਸਿਕ ਡੈਫੀਨੇਸ਼ਨ ਦੇ ਬਾਰੇ ਗੱਲ ਕਰੀਏ ਤਾਂ ਜਿਹੜਾ ਡੇਟਾ ਕੀ ਹੈ, ਕੋਈ ਵੀ ਚੀਜ਼, ਜੇ ਮੈਂ ਕੰਪਿਊਟਰ ਸਾਇੰਸ ਤੇ ਇਲੈਕਟ੍ਰੋਨਿਕ ਫੀਲਡ ਦੇ ਪੁਆਇੰਟ ਆਫ ਗੱਲ ਕਰ ਸੀ, ਕਾਪੀ ਤੇ ABC ਲਿਖੋਗੇ ਉਹ ਵੀ ਡੇਟਾ ਹੈ, ਬਟ ਮੈਂ ਕੰਪਿਊਟਰ ਸਾਇੰਸ ਦੇ ਪੁਆਇੰਟ ਆਫ ਵਿਊ ਤੋਂ ਜੇ ਗੱਲ ਕਰਾਂ ਤਾਂ ਜਿਹੜਾ ਵੀ ਇਲੈਕਟ੍ਰਿਕ ਸਿਗਨਲ ਹੈ, ਜਿਹੜਾ ਰਿਕਾਰਡ ਹੋ ਰਿਹਾ ਹੈ, ਟਰਾਂਸਮਿਟ ਹੋ ਰਿਹਾ ਹੈ, ਠੀਕ, ਭਾਵੇਂ ਉਹ ਕੋਈ ਕਰੈਕਟਰ ਹੈ, ਭਾਵੇਂ ਕੋਈ ਸਿੰਬਲ ਹੈ, ਚਾਹੇ ਕੋਈ ਸਾਊਂਡ ਹੈ, ਚਾਹੇ ਕੋਈ ਵੀਡੀਓ ਹੈ, ਸੋ ਇਸ ਸਭ ਨੂੰ ਮੈਂ ਕੀ ਕਹਿੰਦਾ ਡੇਟਾ, ਜੋ ਇਲੈਕਟ੍ਰੋਨਿਕਲੀ ਮੈਂ ਟਰਾਂਸਮਿਟ ਕਰ ਰਿਹਾ ਤੇ ਕਿਸੇ ਨਾ ਕਿਸੇ ਮੀਡੀਅਮ ਵਿੱਚੋਂ ਰਿਕਾਰਡ ਹੋ ਰਿਹਾ। ਫਾਈਨ, ਚਾਹੇ ਉਹ ਹਾਰਡ ਡਿਸਕ ਹੈ, ਭਾਵੇਂ ਉਹ SSD ਹੈ, ਭਾਵੇਂ ਉਹ ਪਹਿਲੇ ਜ਼ਮਾਨੇ 'ਚ ਫਲੋਪੀਜ਼ ਹੁੰਦੀਆਂ ਸੀ, CDs, DVDs, ਪੈਨ ਡਰਾਈਵਸ, ਐਨੀਥਿੰਗ, ਵੀ ਜਿਹੜਾ ਵੀ ਸਿਗਨਲ ਦੇ ਥਰੂ ਡੇਟਾ ਟਰਾਂਸਮਿਟ ਹੋ ਰਿਹਾ, ਰਿਕਾਰਡ ਹੋ ਰਿਹਾ, ਉਸਨੂੰ ਅਸੀਂ ਡੇਟਾ ਕਹਾਂਗੇ। ਉਹ ਕਿਸੇ ਵੀ ਤਰ੍ਹਾਂ ਦਾ ਹੋਵੇ। ਇਹ ਤਾਂ ਹੋ ਗਿਆ ਡੇਟਾ। ਨਾ ਹੁਣ ਬਿਗ ਡੇਟਾ ਕੀ ਹੈ? ਜਦੋਂ ਇਹ ਡੇਟਾ ਦਾ ਸਾਈਜ਼ ਬਹੁਤ ਵੱਡਾ ਹੋ ਜਾਏ, ਠੀਕ, ਮੈਂ ਤੁਹਾਨੂੰ ਐਗਜ਼ਾਮਪਲ ਦਿੰਦਾ। ਜੇ ਤੁਸੀਂ ਇੱਕ ਆਪਣੀ ਹੀ, ਯੂ ਟੇਕ ਐਗਜ਼ਾਮਪਲ ਆਫ ਯੋਰ ਸੈਲਫ, ਤੁਸੀਂ ਦਿਨ ਵਿੱਚ ਜੇ 5 ਘੰਟੇ ਆਪਣਾ ਮੋਬਾਈਲ ਚਲਾ ਰਹੇ ਹੋ, ਲੈਟਸ ਸੇ ਯੂ ਆਰ ਸਰਫਿੰਗ ਕੋਈ ਵੈਬਸਾਈਟਸ ਦੇਖ ਲਈਆਂ, YouTube ਤੇ 20-30 ਸੀ ਵੀਡੀਓਜ਼ ਦੇਖ ਲਈਆਂ, TikTok ਤੇ ਦੇਖ ਲਿਆ ਕੁਛ, ਇੰਸਟਾ ਤੇ ਦੇਖ ਲਿਆ ਕੁਛ, ਆਪਣੀਆਂ ਵੀਡੀਓ ਰਿਕਾਰਡ ਕਰਕੇ ਪਾ ਲਈਆਂ। ਇਫ ਯੂ ਐਨਾਲਾਈਜ਼ ਐਟ ਦੀ ਐਂਡ ਆਫ ਦੀ ਡੇ, ਤੁਸੀਂ ਕਿੰਨਾ ਕੰਟੈਂਟ ਡਾਊਨਲੋਡ ਕਰ ਲਿਆ, ਡਾਊਨਲੋਡ ਮਤਲਬ ਤੁਸੀਂ ਦੇਖ ਲਿਆ, ਜਿਹੜਾ ਇੰਟਰਨੈਟ ਤੋਂ ਤੁਹਾਡੇ ਮੋਬਾਈਲ ਤੇ ਖੁੱਲ ਰਿਹਾ, ਦੈਟ ਇਜ਼ ਡਾਊਨਲੋਡ, ਜਿਹੜਾ ਅਸੀਂ ਕਰ ਲਿਆ। ਚਾਹੇ ਤੁਸੀਂ ਆਪਣੇ ਸਟੋਰ ਨਹੀਂ ਕੀਤਾ, ਤੁਹਾਨੂੰ ਲੱਗਦਾ ਕਿ ਮੈਂ ਤਾਂ YouTube ਦੇਖੀ ਹੈ, ਆਈ ਹੈਵਨਟ ਸਟੋਰ ਇਟ, ਬਟ ਉਹ ਡੇਟਾ ਤੁਹਾਡੇ ਮੋਬਾਈਲ ਤੇ ਚੱਲ ਰਿਹਾ, ਤੁਹਾਡਾ ਡੇਟਾ ਡਾਊਨਲੋਡ ਹੋਇਆ। ਉਹ ਡੇਟਾ ਜਿਹੜਾ ਤੁਸੀਂ ਦੇਖ ਲਿਆ ਤੇ ਜਿਹੜਾ ਡੇਟਾ ਤੁਸੀਂ ਚੜਾਤਾ, ਫॉर ਐਗਜ਼ਾਮਪਲ ਤੁਹਾਡਾ ਕੋਈ YouTube ਅਕਾਊਂਟ ਹੈ ਜਾਂ ਇੰਸਟਾ ਅਕਾਊਂਟ ਹੈ, ਤੁਸੀਂ ਹੋ ਸਕਦਾ ਤੁਸੀਂ ਸ਼ੌਂਕ ਦੇ ਵਜੋਂ ਵੀਡੀਓਜ਼ ਬਣਾ ਰਹੇ ਹੋ, ਔਰ ਯੂ ਆਰ ਅ ਬਿਜ਼ਨਸਮੈਨ, ਯੂ ਆਰ ਸੈਲਿੰਗ ਲਾਈਕ, ਤੁਸੀਂ ਕੰਪਿਊਟਰ ਐਕਸੈਸਰੀਜ਼ ਹੀ ਵੇਚ ਰਹੇ ਹੋ, ਤੁਸੀਂ ਉਹਨਾਂ ਦਾ ਡੇਟਾ ਉੱਪਰ ਚੜਾ ਰਹੇ ਹੋ। ਸੋ ਇਹ ਜਿਹੜਾ ਤੁਸੀਂ ਦੇਖੋ, ਜੇ ਇੱਕ ਬੱਚਾ, ਤੁਸੀਂ ਦਿਨ ਵਿੱਚ ਕਿੰਨਾ ਡੇਟਾ ਚੜਾਤਾ ਤੇ ਕਿੰਨੇ ਬੱਚੇ ਪੰਜਾਬ ਵਿੱਚ ਚੜਾਉਂਦੇ ਹੋਣੇ, ਕਿੰਨੇ ਬੱਚੇ ਇੰਡੀਆ ਵਿੱਚ ਚੜਾ ਰਹੇ ਹੋਣੇ, ਕਿੰਨੇ ਬੱਚੇ ਦੁਨੀਆ ਚੜਾ ਰਹੇ ਹੋਣੇ। Now imagine the volume of data that is being generated by only students, ਬਾਕੀ ਛੱਡ ਦੋ ਸਾਰੇ, ਹੈ ਨਾ। So big data, what is big data? Data which is huge volume and growing exponentially. Exponentially ਮਤਲਬ ਬਹੁਤ ਸਪੀਡ ਤੇ ਉਹ ਵੱਧ ਰਿਹਾ, 2 ਦੀ ਪਾਵਰ 3, 2 ਦੀ ਪਾਵਰ 4, ਇਵੇਂ ਕਰਕੇ ਐਕਸਪੋਨੈਂਸ਼ੀਅਲੀ ਵੱਧ ਰਿਹਾ। ਲੀਨੀਅਰ ਗਰੋਥ ਨਹੀਂ ਹੈ, ਇੱਕ ਸਮਾਨਾਂਤਰ ਗਰੋਥ ਨਹੀਂ ਹੈ। ਜਿਹੜੀ ਡੇਟਾ ਦੀ ਗਰੋਥ ਹੈ ਉਹ ਐਕਸਪੋਨੈਂਸ਼ੀਅਲੀ ਹੋ ਰਹੀ ਹੈ, ਠੀਕ। ਹੁਣ ਇਹ ਬਿਗ ਡੇਟਾ ਨੂੰ ਕਰਨਾ ਕੀ ਹੈ? Why we require big data and what is the use of big data? Now
जिन्ने लार्ज तुहाडे डेटा सैट है इसनों एनालाइज किया जाता है हाउ बिकॉज यू कैन नॉट एनालाइज दीज डेटा विद द हेल्प ऑफ पेपर पेन कैलकुलेटर है ना मैमरी मैमोराइज करके मैमरी नाल तुसीं इसनों कंप्यूट नहीं कर सकते यू नीड सम कंप्यूटेशनल पावर टू what for what to check the latest trends to check the association pattern की है ठीक फॉर एग्जाम्पल मैं ਤੁਹਾਨੂੰ ਦੱਸਾਂ ਸੀ ਸਿਰਫ ਇਹੀ ਦੇਖਣਾ ਹੈ ਵੀ ਮੇਰੇ ਅਕਾਊਂਟ ਵਿੱਚ ਸਪੋਜ਼ ਯੂ ਆਰ ਰਨਿੰਗ ਸੋਸ਼ਲ ਮੀਡੀਆ ਅਕਾਊਂਟ ਦਾ ਤੁਹਾਡਾ ਇੰਸਟਾਗ੍ਰਾਮ ਤੇ ਇੱਕ ਪੇਜ ਹੈ ਠੀਕ ਤੁਸੀਂ ਉਸ 'ਚ ਇਹ ਚੈੱਕ ਕਰਨਾ ਹੈ ਵੀ ਕਿੰਨੇ ਉਮਰ ਦੇ ਬੱਚਿਆਂ ਨੇ ਮੇਰਾ ਡੇਟਾ ਅਸੈਸ ਕੀਤਾ ਲੈਟਸ ਸੇ ਮੈਂ ਵੀ 20 ਤੋਂ 10 to 20 ਉਮਰ ਵਾਲੇ ਜਾਂ 20 to 30 30 to 40 40 to 50 now this is means analyzing trend ਉਹ ਇਹਨਾਂ ਕੰਮਾਂ ਨੂੰ ਜੋ ਅਸੀਂ ਕੰਮ ਕਰਦੇ ਹਾਂ ਐਨਾਲਾਈਜ਼ ਕਰਦੇ ਹਾਂ ਚਾਹੇ ਉਹ ਅਸੀਂ ਪ੍ਰਿਡਿਕਸ਼ਨ ਕਰ ਰਹੇ ਹਾਂ ਚਾਹੇ ਵੀ ਆਰ ਲੁਕਿੰਗ ਫॉर ਅ ਟ੍ਰੈਂਡ ਵੀ ਆਰ ਲੁਕਿੰਗ ਫॉर ਸਮ ਕਾਈਂਡ ਆਫ ਪੈਟਰਨ ਐਸੋਸੀਏਸ਼ਨ ਵੀ ਸਪੋਜ਼ ਮੇਰੀ ਇੱਕ ਵੀਡੀਓ ਹੈ ਜਿਹੜੀ ਮੈਂ ਇੱਕ ਲੈਟਸ ਸੇ ਮੈਂ ਇੱਕ ਜੋਕ ਕੀਤਾ ਉਸਦੀ ਵੀਡੀਓ ਚੜਾਤੀ ਐਂਡ ਮੈਂ ਉਹ ਦੇਖਣਾ ਚਾਹੁੰਦਾ ਵੀ ਇਸ ਤਰ੍ਹਾਂ ਦੇ ਪਾਰਟਿਕੂਲਰਲੀ ਇਹ ਕੈਟਾਗਰੀ ਵਾਲੇ ਜੋ ਕਿਸ ਕੈਟਾਗਰੀ ਦੇ ਬੰਦੇ ਪਸੰਦ ਕਰ ਰਹੇ ਹਨ ਨਾਓ ਦਿਸ ਇਜ਼ ਵਾਟ ਐਸੋਸੀਏਸ਼ਨ ਮੈਂ ਪੈਟਰਨ ਦੇਖ ਰਿਹਾ ਸੋ ਇਸ ਤਰ੍ਹਾਂ ਦੀ ਚੀਜ਼ਾਂ ਜਦੋਂ ਅਸੀਂ ਕਰਨੀ ਹੈ ਕੰਪਿਊਟ ਕਰਨੀ ਹੈ now we need computational machines now big data is used for these all kind of things to searching patterns and trends and associations and ਇਹਨਾਂ ਸਾਰੇ ਕੰਮਾਂ ਲਈ ਸਾਨੂੰ ਅਸੀਂ ਬਿਗ ਡੇਟਾ ਨੂੰ ਯੂਜ਼ ਕਰਦੇ ਹਾਂ ਫॉर एग्जांपल मैं एक बहुत अच्छी इंटरेस्टिंग मैनू गल पता लगी मैं क्या लेट्स शेयर विद यू जिवें स्टॉक एक्सचेंज है इंडियन स्टॉक एक्सचेंज है एक न्यूयॉर्क स्टॉक एक्सचेंज बहुत मशहूर ਅਸੀਂ ਮੰਨੇ ਜਾਂਦੇ ਆ NYSE ਕਹਿੰਦੇ ਆ ਜਿਹੜਾ ਉਹ ਨਿਊਯਾਰਕ ਸਟਾਕ ਐਕਸਚੇਂਜ ਹੈ ਹਰ ਦਿਨ 1 ਟੈਰਾਬਾਈਟ ਆਫ ਡੇਟਾ ਪ੍ਰੋਡਿਊਸ ਕਰਦਾ ਹੈ ਠੀਕ ਟੈਰਾਬਾਈਟ ਸੱਚ ਅ ਹਿਊਜ ਵੋਲਿਊਮ ਆਫ ਡੇਟਾ 1 ਟੈਰਾਬਾਈਟ ਜਿਹੜਾ ਹੈ 1 TB ਜਿਸ ਨੂੰ ਕਹਿੰਦੇ ਆ ਉਹਨਾਂ ਡੇਟਾ ਉਹ ਹਰ ਰੋਜ਼ ਜਨਰੇਟ ਕਰਦਾ ਹੈ ਤੁਸੀਂ ਸੋਚੋ ਜੇ ਐਟ ਦੀ ਐਂਡ ਆਫ ਅ ਮੰਥ ਇਫ ਯੂ ਵਾਂਟ ਟੂ ਐਨਾਲਾਈਜ਼ ਦੀ ਟ੍ਰੈਂਡ ਦੀ ਐਸੋਸੀਏਸ਼ਨ ਹੈ ਨਾ ਪੈਟਰਨ ਆਫ ਦੈਟ ਡੇਟਾ ਵੀ ਕਿਵੇਂ ਸਟਾਕ ਉੱਪਰ ਗਏ ਥੱਲੇ ਗਏ ਕਿਸ ਕਾਰਨਾਂ ਕਰਕੇ कुछ स्टॉक्स वध गए कुछ स्टॉक्स घट गए है ना what was the trend so कितनी कंप्यूटेशन पावर उसनु चाहिए उसनु कंप्यूट कर ली so big data needs a huge computation power to analyze it fine second ਜਿਹੜਾ ਅਸੀਂ ਦੇਖਦੇ ਹਾਂ ਵੀ from where we get big data now statistics ਕਹਿੰਦੇ ਆ ਵੀ 500 plus TB of new data is generated by Facebook every day एक ਹੁਣ ਤਾਂ ਹੋਰ ਮੈਂ ਕਿਹਾ ਇੱਕ ਐਕਸਪੋਨੈਂਸ਼ੀਅਲ ਗਰੋਥ ਹੈ ਇਹ ਨਹੀਂ ਹੈ ਜੇ ਇਹ ਡੇਟਾ ਮੇਰੇ ਕੋਲ 20 ਦਿਨ ਪਹਿਲਾਂ ਦਾ ਜਾਂ 2 ਮਹੀਨੇ ਪਹਿਲਾਂ ਦਾ ਤਾਂ ਉਹੀ ਟ੍ਰੈਂਡ ਹੋਣਾ ਤੁਸੀਂ ਹੁਣ ਦੇਖੋਗੇ ਇਸ ਵਿੱਚ ਐਕਸਪੋਨੈਂਸ਼ੀਅਲ ਗਰੋਥ ਆ ਗਈ ਹੋਣੀ ਹੈ ਇਹ 67 700 800 ਤੱਕ TB ਤੱਕ ਪਹੁੰਚ ਗਿਆ ਹੋਣਾ ਸੋ ਸਿਰਫ ਇੱਕ ਫੇਸਬੁੱਕ ਹੈ ਜਿਹੜੀ ਹਰ ਰੋਜ਼ 500 ਟੇਰਾਬਾਈਟ ਦਾ ਡੇਟਾ ਪ੍ਰੋਡਿਊਸ ਕਰ ਰਹੀ ਹੈ ਹੁਣ ਇਹ ਤੁਹਾਨੂੰ ਹੀ ਪਤਾ ਹੈ ਵੀ ਫੇਸਬੁੱਕ now Facebook which ਕੀ ਹੈ Facebook ਵਿੱਚ ਹਰ ਤਰ੍ਹਾਂ ਡੇਟਾ ਹੈਗਾ it has text it has videos it has photographs it has messages ਹੈ ਨਾ every kind of data ਤੁਹਾਡੇ ਕੋਲ visual data ਵੀ ਹੈ ਤੁਹਾਡੇ ਕੋਲ text data ਵੀ ਹੈ ਤੁਹਾਡੇ ਕੋਲ numeric data ਵੀ ਹੈ so every kind of data is being generated by Facebook ਹੈ ਨਾ ਤੇ ਹੁਣ ਜੇ ਉਸਨੂੰ if you want to analyze it ਪਹਿਲਾਂ ਇਹ ਜਿਹੜਾ ਸਾਰਾ structured data ਜਿਹੜਾ ਨਹੀਂ ਹੈਗਾ ਹੋਰ ਤਰ੍ਹਾਂ ਦਾ ਅਨਸਟਰਕਚਰਡ ਡੇਟਾ ਹੈ ਕਿਤੇ ਵੀਡੀਓ ਪਈ ਹੈ ਕਿਤੇ ਫੋਟੋ ਗਈ ਹੈ ਕਿਤੇ ਟੈਕਸਟ ਮੈਸੇਜ ਪਿਆ ਉਸ ਨੂੰ ਪਹਿਲਾਂ ਇੱਕ ਸਟ੍ਰੀਮਲਾਈਨ ਕਰਨਾ ਹੈ ਦੈਨ ਉਸ ਨੂੰ ਐਨਾਲਾਈਜ਼ ਕਰਨਾ ਹੈ ਕੰਪਨੀਜ਼ ਇਹੀ ਕਰਦੀਆਂ ਮੈਂ ਜਸਟ ਗਿਵ ਯੂ ਐਗਜ਼ਾਮਪਲ ਤੁਸੀਂ ਅੱਜ ਤੁਸੀਂ ਆਪਣਾ ਫੇਸਬੁੱਕ ਅਕਾਊਂਟ ਖੋਲੋ ਐਂਡ ਯੂ ਸਰਚ ਲੈਟਸ ਸੇ ਫਲਾਈਟਸ ਫਰੋਮ ਚੰਡੀਗੜ੍ਹ ਟੂ ਬਠਿੰਡਾ ਔਰ ਚੰਡੀਗੜ੍ਹ ਟੂ ਨਿਊ ਦਿੱਲੀ ਜਸਟ 2 minutes or 3 minutes ਤੁਸੀਂ ਸਰਚ ਕਰੋ ਫੇਸਬੁੱਕ ਦੇ ਉੱਪਰ ਕੋਈ ਵੀ ਚੀਜ਼ ਸਰਚ ਕਰੋ ਆਈ ਐਮ ਜਸਟ एग्जाम्पल दे रहे हैं या लेटेस्ट ट्रेंड इन इमेज प्रोसेसिंग है ना फाइन कुछ भी सर्च करोगे बंद कर दो नेक्स्ट डे व्हेन यू लॉग इन यू सी द एड्स दैट popped out from your account that the search that you have performed yesterday that means किसी ने ਤੁਹਾਡਾ ਡੇਟਾ ਐਨਾਲਾਈਜ਼ ਕਰ ਲਿਆ ਇੱਕ ਦਿਨ ਚ ਹੀ ਕਰ ਲਿਆ ਤੇ ਤੁਹਾਨੂੰ ਜੋ ਤੁਸੀਂ ਲੱਭ ਰਹੇ ਸੀ ਉਹੀ ਤੁਹਾਨੂੰ ਦਿਖਾਤਾ ਫਾਈਨ So this is how analysis is being done. ਹੁਣ ਕਿੰਨਾ
ਤੁਸੀਂ ਇੱਕ ਬੰਦਾ ਹੈ, ਕਿੰਨੇ ਲੱਖਾਂ ਕਰੋੜਾਂ ਬੰਦੇ ਆਰ ਸਰਫਿੰਗ ਔਨ ਇੰਟਰਨੈਟ, ਉਹ ਸਰਚ ਕਰ ਰਹੇ ਆ, ਉਸ ਦਾ ਡੇਟਾ ਰੈਗੂਲਰਲੀ ਮੋਨੀਟਰ ਹੋ ਰਿਹਾ, ਐਨਾਲਾਈਜ਼ ਹੋ ਰਿਹਾ। ਫਾਈਨ, ਇਹ ਤਾਂ ਹੋ ਗਿਆ ਸੋਸ਼ਲ ਮੀਡੀਆ। ਇੱਕ ਹੋਰ ਇੰਟਰਸਟਿੰਗ ਫੈਕਟ that I want to share is a jet engine, ਜਿਹੜਾ ਐਰੋਪਲੇਨ ਸੀ ਕਹਿੰਦੇ ਆ, a jet engine produce 10 TB of data। ਜੇ ਉਹ ਅੱਧਾ ਘੰਟਾ ਫਲਾਈ ਕੀਤਾ ਹੈ, ਅੱਧਾ ਘੰਟਾ means you fly from let's say ਚੰਡੀਗੜ੍ਹ to Delhi, half an hour ਦੀ ਫਲਾਈਟ ਹੋਏਗੀ, half and 45 minutes ਸੀ, ਤਾਂ ਸਿਰਫ that portion, that jet engine produce 10 TB of data for analysis, ਕਿਉਂਕਿ ਉਸ ਵਿੱਚ ਵੀ ਬਹੁਤ ਤਰ੍ਹਾਂ ਦਾ ਡੇਟਾ ਹੈ, ਇਹ ਤਾਂ ਨਹੀਂ ਡੇਟਾ ਲੈਸ ਨਹੀਂ ਹੈ, ਉਸ ਮਸ਼ੀਨ ਦਾ ਹੈ। स्पीड रिकॉर्ड हो रही है, वेलोसिटी रिकॉर्ड हो रही है, वेलोसिटी रिकॉर्ड हो रही है, विंड स्पीड है, जेट किहड़े ऑल्टीट्यूड से सी, कदों कित्थे पहुंचा, किहड़ा क्लाउड दे विच फस गया ना। सो देयर आर लॉट मैनी डेटा दैट इज बीइंग प्रोड्यूस्ड बाय अ जेट दैट हैव टू बी एनालाइज्ड। ਜਿਹੜੇ ਉੱਥੇ ਬੰਦੇ ਬੈਠੇ ਆ, their job is to analyze the data that jet has produced and give suggestions to the airport authority ਵੀ ਇਸ ਰੂਟ ਤੇ ਇਸ ਤਰ੍ਹਾਂ ਦੀਆਂ ਪ੍ਰੋਬਲਮਸ ਆ ਸਕਦੀਆਂ, ਜਾਂ ਇਸ ਤਰ੍ਹਾਂ ਦਾ ਮੌਸਮ ਹੈ, ਇਸ ਤਰ੍ਹਾਂ ਦੇ ਵਿੰਡ ਹੈ। ਸੋ anything that is being produced should be analyzed. That's why we said the analysis is very important to see the association between the data, to pattern, to predict. Fine. ਹੁਣ ਮੈਂ ਤੁਹਾਡੇ ਨਾਲ ਸਿਰਫ ਤੁਹਾਡੇ ਕੋਲ ਇੱਕ ਆ ਰਿਹਾ ਹੋਣਾ ਦੇ memory sizes. Now byte you all understand 8 bits ਜਾਂ 1 byte ਆਪਾਂ ਕਹਿੰਦੇ ਆ, byte ਦਾ ਮੈਂ size ਲੈ ਲਿਆ। Byte is a basic you can standard to measure the computer memory. Fine. ਹੁਣ ਜੇ byte ਤੋਂ ਛੋਟਾ, if you want to go less than the byte, then it is nibble or bit. ठीक। ਹੁਣ ਜੇ byte ਤੋਂ ਅੱਗੇ चाहिए ਤਾਂ kilobyte, megabyte, gigabyte, terabyte, petabyte, exabyte, zettabyte, yottabyte। so ਜਿਵੇਂ ਜਿਵੇਂ ਡੇਟਾ ਪ੍ਰੋਡਿਊਸ ਹੋ ਰਿਹਾ ਹੈ, ਮੈਜਰਿੰਗ ਕੁਆਂਟੀਟੀਜ਼ ਉਵੇਂ ਵੱਧ ਰਹੀਆਂ, ਸਾਰੀਆਂ ਇੱਕੋ ਵਾਰ ਨਹੀਂ ਯਾਦ ਹੋ ਗਈਆਂ, ਜਿਵੇਂ ਜਿਵੇਂ ਨੀਡ ਆਈ ਉਵੇਂ ਵੱਧ ਰਹੀ। ਹੁਣ ਯੋਟਾਬਾਈਟ ਤੱਕ ਅਸੀਂ ਪਹੁੰਚ ਚੁੱਕੇ ਹਾਂ। ਜੇ ਤੁਸੀਂ ਥੱਲੇ ਦੇਖੋਗੇ ਸਭ ਤੋਂ ਲਾਸਟ ਵਿੱਚ, ਤਾਂ ਉਹ ਸ਼ਾਇਦ ਇੰਨਾ ਵੱਡੀ ਜੇ ਮੈਥਮੈਟੀਕਲ ਟਰਮ ਥਾਊਜ਼ੈਂਡਸ ਐਂਡ ਉਸ ਬੋਲਦੀਆਂ, ਮੈਨੂੰ ਬੋਲਦੀ ਵੀ ਨਾ ਆਵੇ। that much data is being produced nowadays. So this is the basic chart of measuring the data. TBs तक साढ़े कोल hard disk है. We haven't seen hard disk into petabyte, but slowly and steadily you will see the TBs. पहला की सी आज तो 5 to 10 years back you have hard disk, external hard disk in GBs, 200 GB, 300 GB. Now the standard size is 1 TB. जो सी किसी भी हार्ड डिस्क जाते सी 1 TB दी चाहिए है. Means now the data तुसी इतना produce कर रहे हो that you require a terabyte hard disk to store. And next 10 year you will see the petabyte hard disk or SSDs that is coming over for in the market. क्योंकि see that is the volume that we are generating every day and it's growing day by day. घट नहीं हो रहा. Now we talk about the characteristics of big data. 5V approach we can name, we call it 5V. Now what 5V is? First V is for volume, velocity, variety and veracity. Now ek karke let's understand one by one. The volume. Volume, as you understood, how much data is generated. भी कितना डेटा जनरेट हो गया, जो सी पिछली स्लाइड से गल करके आए हैं. दिस इज कॉल्ड द वॉल्यूम. 1 TB, 2 TB, 3 TB, 4 TB, गीगाबाइट, पेंटाबाइट, जेटाबाइट, हेक्साबाइट. सो दिस इज द वॉल्यूम. भी तुसी कितना ज्यादा डेटा प्रोड्यूस कर रहे हो. फाइन. दिस इज द वॉल्यूम मींस द अमाउंट ऑफ डेटा दैट आर बीइंग प्रोड्यूस्ड. वो कुछ भी, चाहे वो कंपनी प्रोड्यूस करे, चाहे इंडिविजुअल, और कोई भी प्रोड्यूस कर सकता है. दैट इज द first thing. The V characteristics is the volume. The second is velocity. How much fast that data is being produced. एक होता है भी data हौली हौली produce होया, slowly and gradually सी data produce कर रहे हो. Second, the pace at which data is being produced. Because when you are analyzing, you have to match the pace of the data. For example, today you generated 3 TB of data. Tomorrow again you generate 2 TB of data. So ਜਿਹੜਾ first 2 TB of data ਨੂੰ ਐਨਾਲਾਈਜ਼ ਕਰਨਾ ਹੈ, ਉਸ ਦੇ ਜਿਹੜੇ ਐਲਗੋਰਿਦਮ ਲਿਖਣੇ ਹੈ, ਠੀਕ, ਉਹ ਇਹ ਨਾ ਹੋਵੇ ਵੀ ਮੈਂ 3 ਦਿਨ ਲਾਦਾ
I analyze data for the first day and the meantime मेरे को 20-30 TB का डेटा और तैयार हो गया. So velocity means the speed at which data is being produced. The time that you spend, for example, मैं ਤੁਹਾਡੀ ਗੱਲ ਕਰਾਂ, the time that you spend on your social media, that is the velocity of data. So आज 1 घंटा कितना, every day you only give 1 hour for social media account, surfingly 1 hour then you are restricted yourself that I will only see YouTube, social media or Instagram or Facebook for 1 hour a day. Fine. और जिमें जिमें तुसी डेटा बढ़ाओगे, आज today 1 hour, next day 2 hour, 3 hour, that means the velocity, that means how fast the data is being produced by you. मैं सिर्फ ਤੁਹਾਡੀ ਗੱਲ कर रहा, we are not talking about the organizations or anything else. ठीक? So velocity means the data, the pace at which data, not how much data is produced, it is the pace at which data is produced. That second is variety. ਹੁਣ ਜੇ ਇੱਕ ਹੀ ਵੈਰਾਈਟੀ ਦਾ ਡੇਟਾ ਪ੍ਰੋਡਿਊਸ ਹੋ ਰਿਹਾ ਹੋਵੇ ਤਾਂ ਉਸ ਨੂੰ ਦੇਖਣਾ ਵੀ ਸੌਖਾ ਹੈ, ਐਨਾਲਾਈਜ਼ ਕਰਨਾ ਵੀ ਸੌਖਾ ਹੈ. ਮੈਂ ਐਗਜ਼ਾਮਪਲ ਦਵਾਂ, ਇਫ देयर इज ओनली न्यूमेरिक डेटा, फाइन, जो भी से डेटा प्रोड्यूस कर रहे हो इज ओनली न्यूमेरिक, दैट्स इट, और कुछ नहीं है. That means you need only one kind of algorithm to analyze it or one kind of thing pattern to check it. But variety की है, that means how different type of data is being produced. मैं एक example दूँगा. For just take an example of a Facebook. You upload a video, that is one kind of data. You upload photograph, that is the second kind of data. You chat with your friend in text. A text may be Punjabi, Hindi, English. That are different kind of data. Fine. The time that you spend, that is a different kind of data. So the kind of data that is being generated, that is a variety of data. So the three V's that we have understood till now is the volume, how much data, velocity, how fast it is being produced, variety, what different kind of data is that being produced. Then the last one is veracity. This is the most important V in 4 V's that we have discussed. The quality or say the correctness of data that you have captured. ठीक? Now why we capture data? एक सौखा सवाल है, इसे डेटा कैप्चर क्यों करना है? You are using it, go ahead. Why I need to analyze that data? So that I can give recommendation based on the data. I can understand what kind of behavior you have. I can understand the association among the events so that I can understand what different kind of patterns that data have. ठीक? इसी करके डेटा एनालाइज करने की लोड़ है मैंने. तुसी अपना फेसबुक अकाउंट चलाओ. But when I want to understand the behavior of for a person, I analyze that data. मैं एग्जांपल लेना. तो इस ਤੁਹਾਡਾ सोशल मीडिया अकाउंट है ना. ਤੁਸੀਂ ਇੱਕ ਦਿਨ A ਕੰਟੈਂਟ ਪਾਇਆ, ਇੱਕ ਦਿਨ B ਕੰਟੈਂਟ ਪਾਇਆ, ਇੱਕ ਦਿਨ C ਕੰਟੈਂਟ ਪਾਇਆ. From these 3 different contents, I want to analyze what behavior you have. ਤੁਸੀਂ ਤੁਹਾਡਾ ਕਿਸ ਤਰ੍ਹਾਂ ਦਾ ਬਿਹੇਵੀਅਰ, ਤੁਸੀਂ ਬਹੁਤ ਅਗਰੈਸਿਵ ਹੋ, ਤੁਸੀਂ ਬਹੁਤ ਇੰਟਰੋਵਰਟ ਹੋ, ਐਕਸਟਰਾਵਰਟ ਹੋ, ਇਹ ਡੇਟਾ ਹੀ ਦੱਸੇਗਾ, ਤੁਹਾਨੂੰ ਬੋਲਣ ਦੀ ਲੋੜ ਨਹੀਂ. Your act on different platforms will tell your behavior instincts. Now, ਹੁਣ ਦੂਜੀ ਚੀਜ਼ ਆ ਗਈ, ਆਪਾਂ ਕਰੀਏ veracity. Veracity ਕੀ correctness of data, quality of data. For example, ਤੁਸੀਂ ਇੱਕ ਦਿਨ ਚ 50, ਮੈਂ ਬਹੁਤ, I'm just taking a very rude example. You don't correlate it with the veracity. It is just helping you to understand what is veracity. For example, you upload 50 different pics and all are blurred. What analysis I will make from it? क्योंकि data quality wise नहीं ठीक. Fine. ਤੁਸੀਂ 50 ਪਿਕਚਰਾਂ ਪੋਸਟ ਕਰਤੀਆਂ, just want to see what kind of data you are uploading. ਤੁਹਾਡਾ ਕਿਸ ਤਰ੍ਹਾਂ ਦਾ ਮਾਈਂਡ ਸੈਟ ਹੈ ਉਸ ਦਾ. ਮੈਂ just give an example. Let's say 47 the partition ਦਾ ਡੇ ਅਸੀਂ ਮਨਾਉਂਦੇ ਆ, ਵੀ ਕਹਿੰਦੇ 47 ਹੋਈ 1947 we get independence day. ਕੁਛ if you talking about ਪੰਜਾਬ, ਕੁਛ ਸੇ ਵੀ ਅਸੀਂ ਖੁਸ਼ੀ ਬਹੁਤ ਆਜ਼ਾਦ ਹੋਏ, ਫਲਾਣਾ ਹੋਏ, ਹੈ ਨਾ. ਕੁਛ ਕਹਿੰਦੇ ਨਹੀਂ, today is not that much celebrate, ਬਹੁਤ ਸਾਡੇ ਭੈਣ ਭਰਾ ਇਸ ਦਿਨ ਪਾਰਟੀਸ਼ਨ ਚ ਮਰੇ ਵੀ. So there are 2 different approaches that I want to analyze your state of mind or your behavior on that day.
ਜੇ ਉਹ ਤੁਸੀਂ ਪੋਸਟ ਪਾ ਰਹੇ ਹੋ ਪਿਕਚਰਸ ਨਾਲ ਆਪਣੇ ਆਪ ਨੂੰ, ਯੂ ਆਰ ਨਾਟ ਰਾਈਟਿੰਗ ਟੈਕਸਟ ਐਨੀਵੇਅਰ, ਜਸਟ ਪੋਸਟਿੰਗ ਪਿਕਚਰਸ ਫॉर दैट मोमेंट, जो पिक्चर्स ठीक नहीं है, ब्लर्ड है, मेरे को कुछ पता ही नहीं लग रहा, क्वालिटी नहीं ठीक, हाउ व्हाट विल एनालाइज, और वो डेटा गलत है, करैक्ट नहीं है। ਅਸੀਂ ਤੁਸੀਂ ਦੇਖਿਆ ਹੋਵੇਗਾ ਫੇਕ ਨਿਊਜ਼ ਦੀ ਬੜੀ ਪ੍ਰੋਬਲਮ ਅੱਜ ਕੱਲ੍ਹ ਚੱਲ ਰਹੀ ਹੈ ਵੀ ਅਸੀਂ ਕਿਵੇਂ ਵਾਇਰਲ ਕਰ ਰਹੇ ਹਾਂ ਫੇਕ ਨਿਊਜ਼, ਕਰੈਕਟਨੈਸ ਆਫ ਡੇਟਾ that is being captured. So this is what veracity is the most important thing in big data analysis. ਜੇ ਇਹ ਠੀਕ ਨਹੀਂ ਹੈ ਤਾਂ ਬਾਕੀ ਸਾਰਾ ਗਲਤ ਹੈ। ਬਾਕੀ ਤਿੰਨੋਂ V's you don't want any 3 V's if your last V is not correct. How much data is produced, at what pace you are producing, है ना, ठीक है, what variety of data you are producing, ਇਹਦਾ ਕੋਈ ਮਤਲਬ ਨਹੀਂ ਜੇ ਉਹ ਡੇਟਾ ਕੁਆਲਿਟੀ ਤੇ ਕਰੈਕਟਨੈਸ ਔਰ ਐਕੂਰੇਸੀ ਲਈ ਠੀਕ ਨਹੀਂ ਹੈਗਾ। जो ठीक है then all 3 these matters, जो ठीक नहीं, जो veracity नहीं है तो कुछ भी नहीं है। टाइप्स ऑफ डिजिटल डेटा, हुण मैं डेटा की गल कर ली आपां, what डेटा की है, उसदे characteristics की है। now what different kind of data that are being produced, broadly we classify digital data into 3 categories: structured, unstructured and semi-structured. Now what structured data is? Structured data means ਇੱਕੋ ਤਰ੍ਹਾਂ ਦਾ data। Thank you.